प्रधानमंत्री ਵੱਲੋਂ ਅੱਜ ਵਿੱਤੀ ਟੈਕਨੋਲੋਜੀ ਇਵੈਂਟ ਦੇ ਦੂਜੇ ਸੰਸਕਰਨ ਇਨਫਿਨਿਟੀ ਫੋਰਮ ਨੂੰ ਕੀਤਾ ਗਿਆ ਸੰਬੋਧਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧਦੇ ਇਨਟੈਕ ਬਾਜ਼ਾਰਾਂ ਵਿੱਚੋਂ ਇੱਕ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੇ ਦੇਸ਼ ਵਿੱਚ ਖਪਤਕਾਰ ਇਲੈਕਟ੍ਰੋਨਿਕਸ ਉਦਯੋਗ ਦੇ ਸ਼ਾਨਦਾਰ ਯੋਗਦਾਨ ਦੀ ਕੀਤੀ ਸ਼ਲਾਘਾ। ਅਤੇ ਦੇਸ਼ ਵਿੱਚ ਹੁਣ ਤੱਕ 10,006 ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਖੋਲੇ ਗਏ। ਕੇਂਦਰ ਸਰਕਾਰ ਨੇ ਕਿਹਾ ਕਿ ਰੋਜ਼ਾਨਾ 10 ਤੋਂ 12 ਲੱਖ ਉਠਾ ਰਹੇ ਨੇ ਇਹਨਾਂ ਕੇਂਦਰਾਂ ਦਾ ਲਾਭ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤੂ ਗੁਲਾਟੀ ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿੱਤੀ ਟੈਕਨੋਲੋਜੀ ਇਵੈਂਟ ਦੇ ਦੂਜੇ ਸੰਸਕਰਨ ਇਨਫਿਨਿਟੀ ਫੋਰਮ ਨੂੰ ਸੰਬੋਧਨ ਕੀਤਾ। ਇਹ ਫੋਰਮ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ ਅਤੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਯਾਨੀ ਗਿਫਟ ਸਿਟੀ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧਦੇ ਫਿਨਟੈਕ ਬਾਜ਼ਾਰਾਂ ਵਿੱਚੋਂ ਇੱਕ ਹੈ, ਜਿਸ ਕਾਰਨ ਗਿਫਟ ਸਿਟੀ ਫਿਨਟੈਕ ਦਾ ਇਹ ਇੱਥੇ ਉਭਰਦਾ ਹੋਇਆ ਸਥਾਨ ਬਣ ਰਿਹਾ ਹੈ। भारत रेजिलियंस और प्रोग्रेस का एक शानदार उदाहरण बनकर उभरा है। ऐसे महत्वपूर्ण कालखंड में गिफ्ट सिटी में 21वीं सदी की आर्थिक नीतियों पर मंथन होना गुजरात का गौरव बढ़ाने वाला है। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਕਲਾਈਮੇਟ ਚੇਂਜ ਇੱਕ ਵੱਡੀ ਚੁਣੌਤੀ ਹੈ ਅਤੇ ਭਾਰਤ ਦੁਨੀਆ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੋਣ ਦੇ ਨਾਤੇ ਇਸ ਚਿੰਤਾ ਨੂੰ ਘੱਟ ਕਰਕੇ ਨਹੀਂ ਦੇਖਦਾ। भारत की वजह से होगी। इससे पहले जुलाई 2023 में वर्ल्ड बैंक ने कहा था कि ग्लोबल चैलेंजेस के बीच भारत और उसकी अर्थव्यवस्था से बहुत ज्यादा उम्मीदें हैं। इसी साल मार्च में ऑस्ट्रेलिया के पीएम ने कहा था कि भारत ग्लोबल साउथ को लीडरशिप देने के लिए मजबूत स्थिति में है। ਇਸ ਪ੍ਰੋਗਰਾਮ ਦਾ ਆਯੋਜਨ ਆਨਲਾਈਨ ਅਤੇ ਆਫਲਾਈਨ ਦੋਨਾਂ ਤਰ੍ਹਾਂ ਨਾਲ ਕੀਤਾ ਗਿਆ ਸੀ। ਇਨਫਿਨਿਟੀ ਫੋਰਮ ਵਿੱਤੀ ਮਾਮਲਿਆਂ ਤੇ ਇੱਕ ਗਲੋਬਲ ਥਿੰਕ ਟੈਂਕ ਹੈ ਜੋ ਮੌਜੂਦਾ ਸਮੱਸਿਆਵਾਂ ਅਤੇ ਉਹਨਾਂ ਨੂੰ ਹੱਲ ਕਰਨ ਲਈ ਨਵੀਂ ਤਕਨੀਕਾਂ ਦੀ ਵਰਤੋਂ ਬਾਰੇ ਚਰਚਾ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਲਾਲ ਕਿਲੇ ਵਿੱਚ ਪਹਿਲੇ ਭਾਰਤੀ ਕਲਾ, ਵਸਤੂ ਕਲਾ ਅਤੇ ਡਿਜ਼ਾਈਨ ਸਮਾਗਮ 2023 ਦਾ ਰਸਮੀ ਉਦਘਾਟਨ ਕੀਤਾ। ਇਹ ਸਮਾਗਮ 2 ਸਾਲਾਂ ਬਾਅਦ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਆਤਮ ਨਿਰਭਰ ਭਾਰਤ ਡਿਜ਼ਾਈਨ ਕੇਂਦਰ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਦਾ ਮੰਤਵ ਕਲਾਕਾਰਾਂ, ਵਾਸਤੂ ਮਾਹਰਾਂ, ਫੋਟੋਗ੍ਰਾਫਰਾਂ, ਕਲਾ ਮਾਹਰਾਂ ਅਤੇ ਆਮ ਲੋਕਾਂ ਵਿਚਕਾਰ ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ਬਣਾਉਣਾ ਹੈ। ਇਸ ਸਮਾਗਮ ਦੌਰਾਨ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਇਸ ਦੌਰਾਨ ਸੰਬੰਧਿਤ ਕਲਾਕਾਰਾਂ ਅਤੇ ਮਾਹਰਾਂ ਵਿਚਾਲੇ ਚਰਚਾ ਵੀ ਹੋਵੇਗੀ। आर्किटेक्चर एंड डिजाइन बिएनाले कई आयोजन कई मायनों में खास है। इन पैवेलियंस में कलर्स भी है, क्रिएटिविटी भी है, इसमें कल्चर भी है और कम्युनिटी कनेक्ट भी है। मैं इस सफल शुरुआत के लिए संस्कृति मंत्रालय, उसके सभी अधिकारी, इसमें प्रतिभाग कर रहे सभी देशों को और आप सभी को बधाई देता हूं। ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਤੇ ਵਾਸਤੂ ਕਲਾ ਨੂੰ ਆਮ ਲੋਕਾਂ ਸਾਹਮਣੇ ਰੱਖਣ ਦਾ ਇਹ ਇੱਕ ਅਹਿਮ ਉਪਰਾਲਾ ਹੈ। ਨੌਜਵਾਨ ਪੀੜ੍ਹੀ ਤੇ ਕਲਾ ਦੇ ਵੱਖ-ਵੱਖ ਮਾਹਰਾਂ ਵਿਚਕਾਰ ਇਸ ਮਹਾਉਤਸਵ ਦੌਰਾਨ ਇਕਜੁੱਟਤਾ ਹੈ। ਉਹਨੇ ਕਿਹਾ ਕਿ ਵਾਸਤੂ ਕਲਾ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਨਵੇਂ ਵਿਕਾਸ ਦੇ ਰਾਹ ਖੁੱਲ੍ਹਣਗੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੇਸ਼ ਵਿੱਚ ਖਪਤਕਾਰ ਇਲੈਕਟ੍ਰੋਨਿਕਸ ਉਦਯੋਗ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਨਵੀਂ ਦਿੱਲੀ ਵਿੱਚ ਖਪਤਕਾਰ ਅਤੇ ਇਲੈਕਟ੍ਰੋਨਿਕਸ ਅਤੇ ਉਪਕਰਨ ਨਿਰਮਾਤਾ ਐਸੋਸੀਏਸ਼ਨ ਦੇ 44ਵੇਂ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਸਮੂਹਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਸਰਕਾਰ ਅਤੇ ਉਦਯੋਗ ਵਿਚਾਲੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕੀਤਾ। ਗੋਇਲ ਨੇ ਖਪਤਕਾਰ ਅਤੇ ਇਲੈਕਟ੍ਰੋਨਿਕਸ ਉਦਯੋਗ ਨੂੰ ਗੁਣਵੱਤਾ ਦੇ ਆਧਾਰ ਤੇ ਤਰਜੀਹ ਦੇਣ ਅਤੇ ਦੇਸ਼ ਦੇ ਵਿਕਾਸ ਵਿੱਚ ਤੇਜ਼ ਰਫ਼ਤਾਰ ਨੂੰ ਯਕੀਨੀ ਬਣਾਉਣ ਵਿੱਚ ਮੁਕਾਬਲੇਬਾਜ਼ੀ ਨੂੰ ਮਹੱਤਵਪੂਰਨ ਦੱਸਿਆ।
ਉਨ੍ਹਾਂ ਕਿਹਾ ਕਿ ਘੱਟ ਮਹਿੰਗਾਈ ਦਰਾਂ ਅਤੇ ਘਟਾਈਆਂ ਗਈਆਂ ਵਿਆਜ ਲਾਗਤਾਂ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। रेल मंत्री अश्विनी वैष्णव ने कहा है कि पिछले 9 सालों दौरान देश में तकरीबन 21,000 किलोमीटर रेल लाइनां विछाईਆਂ गईਆਂ ਨੇ। ਰਾਜ ਸਭਾ ਵਿੱਚ ਸਵਾਲਾਂ ਦਾ ਜਵਾਬ ਦੌਰਾਨ ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ ਲਾਈਨ ਆਪਣੇ ਵਿਸ਼ਾਲ ਦ੍ਰਿਸ਼ਟੀਕੋਣ ਨੂੰ ਬਹੁਤ ਸਾਵਧਾਨੀ ਨਾਲ ਲਾਗੂ ਕਰ ਰਹੇ ਨੇ। एवरेज क्योंकि मेंटेनेंस की बड़ी समस्याएं थी, तो ये बहुत एक कड़ा फैसला लिया गया था। IIT बॉम्बे के हेल्प से उन्होंने बहुत डिटेल स्टडी की थी पूरे देश भर के नेटवर्क की, जिससे कि पूरे देश में कम से कम 3 घंटे के हर एक सेक्शन को रेगुलरली 3-3 घंटे के कॉरिडोर मेंटेनेंस के लिए मिल जाए। रेल मंत्री ने कहा कि उन्हां दी समर्था वधन दे नाल रेलवे स्टेशनां दी गिनती वधेगी। केंद्र सरकार ने कहा है कि हुण तक देश भर में 10,006 प्रधानमंत्री जन औषधि केंद्र खोले गए हैं तो रोज़ाना 10 ਤੋਂ 12 ਲੱਖ ਲੋਕ इन्हां केंद्रां दा लाभ उठा रहे हैं। लोक सभा में किए गए एक सवाल के लिखती जवाब में रसायन ते खाद मंत्रालय में राज मंत्री भागवत खुबा ने कहा कि जन औषधि केंद्रों में उपलब्ध दवाइयां दी कीमतां आम तौर पर ब्रांडेड दवाइयां दी कीमतां तो 50 ਤੋਂ 90% घट होंदियां ने। उन्होंने दस्सिया कि इस दे नतीजे वजों इस साल दौरान देश के नागरिकों को 7400 करोड़ रुपए की बचत का अनुमान है। उन्होंने दस्सिया कि हुण तक जन औषधि केंद्रों तो लगभग 48 करोड़ जन औषधि सुविधा सैनिटरी पैड दिते जा चुके हैं। ये पैड देश के जन औषधि केंद्रों तो वेचे गए हैं तो सरकार ने ₹1 प्रति पैड की वाजब दर उत्ते सुविधा सैनिटरी पैड उपलब्ध करवाए ने। पंजाब के मुख्यमंत्री भगवंत सिंह मान ने बाबा फरीद यूनिवर्सिटी ऑफ हेल्थ साइंसिस विच करवाए सिल्वर जुबली समागम में शिरकत की ਅਤੇ ਇੱਥੇ ਉਹਨਾਂ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਹਨਾਂ 250 ਨਰਸਿੰਗ ਅਫਸਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਬਾ ਸ਼ੇਖ ਫਰੀਦ ਜੀ ਦੀ ਪਵਿੱਤਰ ਧਰਤੀ ਤੇ ਇਸ ਸਮਾਗਮ ਦਾ ਹਿੱਸਾ ਬਣ ਕੇ ਖੁਸ਼ ਨੇ। ਉਹਨਾਂ ਉਮੀਦ ਪ੍ਰਗਟਾਈ ਹੈ ਕਿ ਨਵਾਂ ਜੱਚਾ ਬੱਚਾ ਕੇਂਦਰ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਬਹੁਤ ਸਹਾਈ ਸਿੱਧ ਹੋਵੇਗਾ। उन्हें यह भी कहा कि इस कदम का उद्देश्य लोगों को इन्हां हस्पतालों में चंगा इलाज देना है। पंजाब के मुख्यमंत्री भगवंत सिंह मान ने कल जिला फरीदकोट में जिले के समूचे विकास लिए तकरीबन 55 करोड़ 80 लाख रुपए के अहम प्रोजेक्ट लोगों को समर्पित किए। इस दे नाल ही उन्होंने कई प्रोजेक्टों के नींह पत्थर भी रखे। मुख्यमंत्री वालों सीवरेज की नवें MPS समेत 14 MLD की समर्था वाला सीवरेज ट्रीटमेंट प्लांट लोगों को समर्पित किया। इस नाल समस्या का हल होगा तो इस उत्ते 25.71 करोड़ रुपए की लागत आई है। मुख्यमंत्री ने फरीदकोट शहर में जल सप्लाई स्कीम के वाधे लिए प्रोजेक्ट का उद्घाटन भी किया। उन्होंने कहा कि इस नाल लोगों को पीने वाले पानी की नियमित सप्लाई में मदद मिलेगी, जिस नाल उन्होंने बहुत फायदा होगा। इस तो इलावा मुख्यमंत्री वालों जिला प्रबंधकी कॉम्पलैक्स में ब्लॉक 3 का नींह पत्थर भी रखा। उन्होंने कहा कि सूबा सरकार ने इस प्रोजेक्ट लिए पहला ही 9.71 करोड़ रुपए रखे हुए हैं और प्रोजेक्ट मुताबिक इस इमारत में 21 विभागों के दफ्तर होंगे। पंजाब के नवीं और नवीनयोग ऊर्जा मंत्री स्रोत मंत्री अमन अरोड़ा ने चंडीगढ़ में इत्थे CII विच करवाए गए ओपन हाउस सैशन की प्रधानगी की। ये सैशन खरड़ा ग्रीन हाइड्रोजन नीति ते सी। अपने संबोधन में कैबिनेट मंत्री ने कहा कि पंजाब ऊर्जा विकास एजेंसी वालों तैयार की ग्रीन हाइड्रोजन नीति खेतीबाड़ी रहन खून नूं असासे विच तब्दील करने लई लाभदायक साबित होगी। उन्होंने यह भी कहा कि इस नीति का टीचा साल 2030 तक 100 किलो टन उत्पादन समर्था के नाल पंजाब नूं ग्रीन हाइड्रोजन अमोनीआ के उत्पादन में मोहरी सूबा बनाना है। इस तो इलावा हाइड्रोजन पैदा करने दी नवीनतम उत्पादन समर्थावां भी विकसित करना है। उन्होंने कहा है कि ये पहलकदमी बायोमास तो ग्रीन हाइड्रोजन पैदा करने लई तकनीकां खोजण लई राह पद्धरा करेगी। उन्होंने जानकारी दी है कि पंजाब मुख्य तौर पर बायोमास तो ग्रीन हाइड्रोजन के उत्पादन पर ध्यान केंद्रित कर रहा है, जो भविख में जीरो कार्बन तब्दीली लई एक आकर्षक विकल्प है। हरियाणा विच केंद्र ਅਤੇ ਰਾਜ ਸਰਕਾਰ ਦੇ ਵੱਖ-ਵੱਖ ਕਲਿਆਣਕਾਰੀ ਪ੍ਰੋਗਰਾਮਾਂ ਤਹਿਤ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਸ਼ਾਮਿਲ ਹੋ ਰਹੇ ਨੇ। ਇਸ ਯਾਤਰਾ ਦੇ 8ਵੇਂ ਦਿਨ ਸੂਬੇ ਭਰ ਵਿੱਚ 120 ਥਾਵਾਂ ਤੇ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਵਿੱਚੋਂ 51000 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ।
ਯਾਤਰਾ ਦੌਰਾਨ 15,000 ਤੋਂ ਵੱਧ ਲੋਕਾਂ ਨੇ ਸਿਹਤ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਤੇ 11,379 ਲੋਕਾਂ ਦੀ TB ਸਕਰੀਨਿੰਗ ਕੀਤੀ ਗਈ। ਲੋਕਾਂ ਨੇ ਉਹਨਾਂ ਦੇ ਦਰਵਾਜ਼ੇ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਸਰਕਾਰ ਦਾ ਧੰਨਵਾਦ ਕੀਤਾ। मेरा नाम ममता रानी है, मैं गांव बुलाना से हूँ और आज मेरा संकल्प यात्रा में मेरा आयुष्मान और मेरी फैमिली का आयुष्मान कार्ड बना है। इससे मैं बहुत खुश हूँ। मैं असीम गोयल जी का और खट्टर जी का बहुत बहुत धन्यवाद करती हूँ, मोदी जी का भी करती हूँ। मेरा नाम निशा है जी, मैं गांव बुलाना से हूँ जी। मुझे सरकार द्वारा ये गेस्ट दिया गया है जी। मैं MLA असीम गोयल जी का, मोदी सरकार जी का बहुत धन्यवाद करती हूँ जी। ਇਸ ਮੌਕੇ ਹਰਿਆਣਾ ਦੇ ਸਕੂਲੀ ਸਿੱਖਿਆ ਅਤੇ ਵਾਤਾਵਰਣ ਮੰਤਰੀ ਕੰਵਰਪਾਲ ਵੱਲੋਂ ਪਿੰਡ ਹਰਨੌਲੀ ਅਤੇ ਮਾਮਲੀ ਵਿੱਚ ਕਰਵਾਏ ਵਿਕਸਿਤ ਭਾਰਤ ਸੰਕਲਪ ਯਾਤਰਾ ਜਨ ਸੰਵਾਦ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਲੋਕਾਂ ਨੂੰ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। मेरे जी मैं बुलाने के रहने वाला जी, जसपाल मेरा नाम है जी। और मेरी आज से पेंशन लगी थी, असीम गोयल ने लगवा दी। और जी इनका मन बहुत हुआ जी, मनोहर लाल का और मोदी जी का, और मैं इन्हें मान के चलता हूँ जी। और मैं बुलाने के रहने वाला जी, जसपाल मेरा नाम। मैं बहुत खुश हूँ जी और मेरा सारा परिवार खुश है जी। ठीक है। ਵਿਧਾਇਕ ਦੂੜਾ ਰਾਮ ਨੇ ਪਿੰਡ ਬਰਸੀਨ ਵਿੱਚ ਆਯੋਜਿਤ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਯਾਤਰਾ ਵਿੱਚ ਸ਼ਾਮਿਲ ਲੋਕਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਅਨੁਸਾਰ ਸ਼ੁਰੂ ਕੀਤੀ ਗਈ ਵਿਕਾਸ ਭਾਰਤ ਸੰਕਲਪ ਯਾਤਰਾ ਪੂਰੀ ਤਰ੍ਹਾਂ ਨਾਲ ਸਫਲ ਸਾਬਿਤ ਹੋਵੇਗੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ ਮਹਿਮਾ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਰਾਹੀਂ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। इस दौरान प्रधानमंत्री ग्रामीण आवास योजना के मातृ वंदना योजना तो लाभ लै चुके लाभार्थियों ने अपने तजर्बे साझे किए। आवास योजना तो लाभ लैन वाली नसीब कौर ते रानी कौर ने उन्होंने पक्का मकान देने लिए प्रधानमंत्री नरेंद्र मोदी का धन्यवाद किया। बहुत वधिया कीता जी, धन्यवाद जी। उत्थे रहिंदे सीगे असीं जिथे साडा कच्चा मकान सीगा, ਉੱਥੇ ਦੁਬਾਰਾ ਫੇਰ ਪਾ ਲਿਆ। ਕੱਚੇ ਮਕਾਨ ਹੋ ਗਿਆ ਸੀਗਾ, ਵਾਹਵਾ ਛਾਰ ਹੋ ਗਈ ਸੀ ਜੀ। ਸਾਨੂੰ ਸਰਕਾਰੀ ਇੱਕ ਕਮਰਾ ਵਧੀਆ ਪਵਾਇਆ ਹੈਗਾ, ਸਾਡਾ ਇੱਕ ਰਸੋਈ ਪਵਾਈ ਹੈਗੀ ਜੀ ਤੇ ਵਧੀਆ ਸਹੂਲਤ ਦਿੱਤੀ ਹੈ ਸਰਕਾਰ ਵੱਲੋਂ ਸਾਨੂੰ। ਉਸ ਤੋਂ ਪਹਿਲਾਂ ਬਹੁਤ ਕੱਚਾ ਕਮਰਾ ਸੀ ਸਾਡਾ, ਛੱਤ ਸਾਰਾ ਡਿੱਗਣ ਵਾਲਾ ਸੀ। ਇਸ ਲਈ ਸਰਕਾਰ ਨੇ ਬਹੁਤ ਸਹੂਲਤ ਬਹੁਤ ਵਧੀਆ ਕੀਤੀ ਹੈਗੀ ਜੀ ਸਾਡੀ। ਮੋਦੀ ਦਾ ਧੰਨਵਾਦ ਜੀ, ਜਿਹੜਾ ਸਾਨੂੰ ਇੰਨਾ ਕੀਤਾ ਹੈਗਾ ਜੀ। ਮਾਤਰੂ ਵੰਦਨਾ ਯੋਜਨਾ ਦੀ ਲਾਭਪਾਤਰੀ ਸੁਖਬੀਰ ਕੌਰ ਨੇ ਦੱਸਿਆ ਕਿ ਜਨੇਪੇ ਦੌਰਾਨ ਉਸ ਨੂੰ ਇਸ ਯੋਜਨਾ ਰਾਹੀਂ 5,000 ਰੁਪਏ ਹਾਸਲ ਹੋਏ ਅਤੇ ਆਂਗਨਵਾੜੀ ਰਾਹੀਂ ਉਸ ਨੂੰ ਜਨੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੌਸ਼ਟਿਕ ਆਹਾਰ ਵੀ ਮਿਲਦਾ ਰਿਹਾ ਹੈ। ਜਿਸ ਟਾਈਮ ਮੈਨੂੰ ਪ੍ਰੈਗਨੈਂਸੀ ਸੀਗੀ ਉਸ ਟਾਈਮ ਅਸੀਂ ਆਂਗਣਵਾੜੀ ਚੋਂ ਜਿਹੜੀ ਵੀ ਕੋਈ ਸਕੀਮ ਮਿਲਦੀ ਸੀਗੀ, ਜਿਵੇਂ ਕਿ ਖਾਣਾ, ਉਹ ਅਸੀਂ ਪ੍ਰਾਪਤ ਕਰਦੇ ਰਹੇ ਤੇ 3 ਕਿਸ਼ਤਾਂ ਵਿੱਚ ਸਾਨੂੰ ਪੇਮੈਂਟ ਮਿਲੀ ਹੈ ਜੀ, ਜਿਹੜੀ ਕਿ ਇਹਨਾਂ ਦੇ ਵੀ 5,000 ਰੁਪਏ ਆਉਂਦੀ ਹੈਗੀ, ਪਹਿਲੇ ਬੱਚੇ ਵਾਰੀ ਮਿਲਦੀ ਹੈ ਜੀ। ਮੈਂ ਇਹ ਸਕੀਮ ਲੈ ਕੇ ਬਹੁਤ ਖੁਸ਼ ਹਾਂ ਜੀ। ਪ੍ਰਧਾਨ ਮੰਤਰੀ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ, ਜੋ ਇਹਨਾਂ ਨੇ ਇਹ ਸਕੀਮ ਚਲਾਈ ਤੇ ਸਾਡੇ ਵਾਸਤੇ 5,000 ਰੁਪਏ ਆਉਂਦਾ, ਉਹਦੇ ਨਾਲ ਸਾਡੀ ਬਹੁਤ ਮਦਦ ਹੋ ਜਾਂਦੀ ਹੈ ਜੀ। ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਤਿਆਰ ਕਰਨ ਵਾਲੇ ਫਰਾਂਸ ਦੇ ਮਸ਼ਹੂਰ ਆਰਕੀਟੈਕਟ ਲੀ ਕਾਰਬੂਜ਼ਰ ਦੇ ਕੰਮ ਤੇ 7ਵੀਂ ਅੰਤਰਰਾਸ਼ਟਰੀ ਸਟੈਂਡਿੰਗ ਕਾਨਫਰੰਸ ਕਰਵਾਈ ਗਈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਸੈਕਟਰੀਏਟ ਵਿੱਚ ਕਰਵਾਈ ਗਈ ਇਸ ਕਾਨਫਰੰਸ ਵਿੱਚ ਫਰਾਂਸ, ਜਰਮਨੀ, ਅਰਜਨਟੀਨਾ, ਬੈਲਜੀਅਮ, ਜਾਪਾਨ, ਸਵਿਟਜ਼ਰਲੈਂਡ ਅਤੇ ਭਾਰਤ ਵਰਗੇ 7 ਦੇਸ਼ਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਵਿੱਚ ਲੀ ਕਾਰਬੂਜ਼ਰ ਦੇ ਕੰਮਾਂ ਤੇ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ UT ਦੇ ਮੁੱਖ ਇੰਜੀਨੀਅਰ ਨੇ ਕੈਪੀਟਲ ਕੰਪਲੈਕਸ ਦੀ ਸੰਭਾਲ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ ਵੱਲੋਂ ਹੈਰੀਟੇਜ ਇੰਪੈਕਟ ਅਸੈਸਮੈਂਟ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਰਵਪੱਖੀ ਵਿਕਾਸ ਅਤੇ ਬਹੁਪੱਧਰੀ ਬੇਸਮੈਂਟ ਕਾਰ ਪਾਰਕ ਪ੍ਰੋਜੈਕਟ ਬਾਰੇ ਵਿਸ਼ਵ ਵਿਰਾਸਤ ਕਮੇਟੀ ਦੇ ਫੈਸਲੇ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਚੰਡੀਗੜ੍ਹ ਦੇ ਸੈਕਟਰ 33 ਵਿੱਚ TB ਮੁਕਤ ਭਾਰਤ ਅਭਿਆਸ ਨਾਲ ਮਿਲ ਕੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫਤ ਵਿੱਚ ਚੈੱਕਅਪ ਕੀਤਾ ਗਿਆ ਅਤੇ ਬ੍ਰੈਸਟ ਕੈਂਸਰ, ਓਰਲ ਕੈਂਸਰ ਅਤੇ ਸਰਵਾਈਕਲ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਆਯੁਸ਼ਮਾਨ ਕਾਰਡ ਵੀ ਬਣਾਏ ਗਏ, ਜਿਸ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਲਾਭਪਾਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ।
और मैं यहाँ 33 सेक्टर टेरेस गार्डन में कैंप में आ रखा हूँ। यहाँ पे मेरा आयुष्मान कार्ड बना रखा है, जो कि सरकार की बहुत ही अच्छी स्कीम है। इसका फ़ायदा मेरे जैसे हज़ारों लाखों गरीब परिवार ले रहे हैं। ऐसी स्कीमें और चलानी चाहिए जिसका फ़ायदा मेरे जैसे भाई ले सकें। तो 5 लाख तक मेरे को जो मुफ्त लाभ मिल रहा है, इससे फ़ायदा ही है जी। इससे फ़ायदा ये है कि 1-2 इलाज फ्री हो जाएगा, तो जो और भी योजना आएगी उसमें भी थोड़ा ऐड होएगा, तो इसलिए ये बनवाया है। तो हमको थोड़ा लाभदायक लगा है। सरकार का धन्यवाद करना चाहिए हमको, मोदी जी का खासतौर। ਇਸ ਮੌਕੇ ਲੋਕਾਂ ਵੱਲੋਂ ਇਸ ਡਾਕਟਰੀ ਕੈਂਪ ਵਿੱਚ ਬਹੁਤ ਜ਼ਿਆਦਾ ਉਤਸੁਕਤਾ ਦਿਖਾਈ ਗਈ ਅਤੇ ਵੱਡੀ ਗਿਣਤੀ ਵਿੱਚ ਜਿੱਥੇ ਲੋਕਾਂ ਨੇ ਆਪਣਾ ਚੈੱਕਅਪ ਕਰਵਾਇਆ ਤਾਂ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਆਯੁਸ਼ਮਾਨ ਕਾਰਡ ਵੀ ਬਣਵਾਏ। ਕੇਂਦਰ ਸਰਕਾਰ ਨੇ ਅਗਲੇ ਸਾਲ ਮਾਰਚ ਤੱਕ ਪਿਆਜ਼ ਦੀ ਬਰਾਮਦ ਤੇ ਪਾਬੰਦੀ ਲਗਾਈ। ਇਸ ਪਾਬੰਦੀ ਦਾ ਉਦੇਸ਼ ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਵਧੇਰੇ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਕੀਮਤਾਂ ਨੂੰ ਕੰਟਰੋਲ ਹੇਠ ਰੱਖਣਾ ਹੈ। ਇਸ ਸੰਬੰਧ ਵਿੱਚ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਇੱਕ ਅਧਿਸੂਚਨਾ ਜਾਰੀ ਕੀਤੀ ਸੀ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਅਧਿਸੂਚਨਾ ਅਨੁਸਾਰ ਪਿਆਜ਼ ਦੀ ਕੋਈ ਵੀ ਖੇਪ ਉਸੇ ਸਥਿਤੀ ਵਿੱਚ ਬਰਾਮਦ ਕੀਤੀ ਜਾ ਸਕੇਗੀ ਜਦੋਂ ਇਸ ਲੋਡਿੰਗ ਪ੍ਰਕਿਰਿਆ ਅਧਿਸੂਚਨਾ ਜਾਰੀ ਹੋਣ ਤੋਂ ਪਹਿਲਾਂ ਸ਼ੁਰੂ ਹੋ ਗਈ ਹੋਵੇ ਅਤੇ ਸ਼ਿਪਿੰਗ ਬਿੱਲ ਵੀ ਤਿਆਰ ਕੀਤਾ ਜਾ ਚੁੱਕਿਆ ਹੋਵੇ। ਅਜਿਹੇ ਮਾਮਲੇ 'ਚ ਅਗਲੇ ਸਾਲ 5 ਜਨਵਰੀ ਤੱਕ ਪਿਆਜ਼ ਬਰਾਮਦ ਕੀਤੀ ਜਾ ਸਕੇਗੀ। ਅਧਿਸੂਚਨਾ ਵਿੱਚ ਕਿਹਾ ਗਿਆ ਹੈ ਕਿ ਹੋਰ ਦੇਸ਼ਾਂ ਦੀ ਸਰਕਾਰਾਂ ਦੀ ਅਪੀਲ ਤੇ ਕੇਂਦਰ ਦੀ ਮਨਜ਼ੂਰੀ ਲੈਣ ਤੋਂ ਬਾਅਦ ਪਿਆਜ਼ ਦੀ ਬਰਾਮਦ ਸੰਬੰਧੀ ਇਜਾਜ਼ਤ ਦਿੱਤੀ ਜਾਵੇਗੀ। ਅਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ X DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।